ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਰੋਸ ਧਰਨਾ ਦੇ ਰਹੇ ਦੋ ਸਿੰਘਾਂ ਦੀ ਜਿਹੜੀ ਸ਼ਹੀਦੀ ਹੋਈ ਸੀ ਉਹਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਜੁੜਿਆ ਵਾਲੇ ਜਿਹੜੇ ਸਾਧ ਸੀਗੇ ਉਹਨਾਂ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਉੱਥੇ ਅੰਮ੍ਰਿਤ ਛਕਾਉਣ ਦੇ ਵਰਗਾ ਜਿਹੜਾ ਨਕਲ ਕੀਤੀ ਗਈ, ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਗਈ। ਉਸ ਤੋਂ ਬਾਅਦ ਜਿਹੜਾ ਉਹ ਘਟਨਾਵਾਂ ਵਾਪਰਦੀਆਂ ਨੇ, ਫਿਰ ਉਹਨਾਂ ਨੂੰ ਜਿਹੜਾ ਫਿਲਮ ਰਿਲੀਜ਼ ਹੋਣ ਵੇਲੇ ਹੋਇਆ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਜਿਹੜਾ ਸੀਬੀਆਈ ਨੂੰ ਜਿਹੜਾ ਮਾਮਲਾ ਦਿੱਤਾ ਗਿਆ ਉਹ ਠੰਡੇ ਬਸਤੇ 'ਚ ਪਾਉਣ ਲਈ ਦਿੱਤਾ ਗਿਆ ਸੀਗਾ। ਉਹ ਸੀਬੀਆਈ ਅੱਗੇ ਜਿਹੜੀ ਕਾਰਵਾਈ ਕਰਦੀ ਆ ਉਹ ਸਾਰਿਆਂ ਨੂੰ ਪਤਾ ਹੈਗੀ ਆ। ਉਹ 4 ਸਾਲ ਲਗਾ ਦਿੰਦੀ ਹੈ। 4 ਸਾਲ ਤੋਂ ਬਾਅਦ ਵੀ ਜਿਹੜੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ। ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਨੂੰ ਧਮਕੀ ਦਿੱਤੇ ਜਾਣ ਦਾ ਜਿਹੜਾ ਉਹ ਐਫੀਡੇਵਿਟ ਜਿਹੜਾ ਉਹ ਉਹਨਾਂ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਵੀ ਦਿੱਤਾ ਜਾਂਦਾ ਹੈ। ਉਸ ਦੌਰਾਨ ਜਦੋਂ ਜਿਸ ਦਿਨ ਪੇਸ਼ੀ ਹੁੰਦੀ ਆ ਉਸ ਦਿਨ ਉਹ ਛੁੱਟੀ ਤੇ ਚਲੇ ਜਾਂਦੇ ਨੇ। ਹਾਈ ਕੋਰਟ ਦੀ ਵੈਬਸਾਈਟ ਜਿਹੜੀ ਆ ਉਹ ਹਾਈ ਕੋਰਟ ਦੀ ਵੈਬਸਾਈਟ ਡਾਊਨ ਹੋ ਜਾਂਦੀ ਹੈ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਨਿਊਜ਼ ਏਸ਼ੀਆ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫਿਰ ਤੋਂ ਲੈ ਕੇ ਆਏ ਹਾਂ ਪੰਜਾਬ ਦੇ ਬੜੇ ਵੱਡੇ ਤੇ ਮਹੱਤਵਪੂਰਨ ਮੁੱਦੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਲੈ ਕੇ। ਤੁਹਾਨੂੰ ਇਹ ਪੂਰਾ ਪ੍ਰੋਗਰਾਮ ਬੜੇ ਧਿਆਨ ਦੇ ਨਾਲ ਸੁਣਨਾ ਪਊਗਾ, ਦੇਖਣਾ ਪਊਗਾ, ਪੂਰਾ ਘਟਨਾਕ੍ਰਮ ਸਮਝਣ ਦੇ ਲਈ, ਕਿਉਂਕਿ ਮੁੱਦਾ ਹੈ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਹੋਇਆ। ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਰੋਸ ਧਰਨਾ ਦੇ ਰਹੇ ਦੋ ਸਿੰਘਾਂ ਦੀ ਜਿਹੜੀ ਸ਼ਹੀਦੀ ਹੋਈ ਸੀ ਉਹਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਜੁੜਿਆ ਹੋਇਆ। ਬੀਤੇ ਦਿਨ ਅਸੀਂ ਕੁਮਰ ਵਿਜੇ ਪ੍ਰਤਾਪ ਦੇ ਨਾਲ ਸੰਬੰਧਿਤ ਕੁਝ ਹੋਰ ਵੀ ਵੱਡੇ ਖੁਲਾਸੇ ਕੀਤੇ ਸੀ, ਪਰ ਅੱਜ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਕੁਝ ਹੋਰ ਵੀ ਵੱਡੇ ਖੁਲਾਸੇ ਜਿਹੜੇ ਆ ਕੀਤੇ ਗਏ ਨੇ। ਕਿ ਖੁਲਾਸੇ ਜਿਹੜੇ ਜੁੜੇ ਹੋਏ ਆ ਉਹ ਇਹ ਹੈ ਕਿ ਆਖਰੀ ਜਿਹੜਾ ਚਲਾਨ ਪੇਸ਼ ਹੋਣਾ ਸੀ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਕਿਹਾ ਗਿਆ ਸੀ ਕਿ ਤੁਸੀਂ ਜਲਦ ਤੋਂ ਜਲਦ ਜਿਹੜਾ ਆਖਰੀ ਚਲਾਨ ਪੇਸ਼ ਕਰ ਦਿਓ। ਜਿਹੜਾ ਕੇਸ ਉਹ ਨਿਰਣਾਇਕ ਮੋੜ ਦੇ ਉੱਪਰ ਪਹੁੰਚਿਆ ਹੋਇਆ, ਪਰ ਐਡਵੋਕੇਟ ਜਨਰਲ ਨੇ ਉਹਨਾਂ ਦੀ ਨਹੀਂ ਸੁਣੀ। ਤੇ ਕਿਉਂ ਨਹੀਂ ਸੁਣੀ, ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਸ ਕੇਸ ਦੇ ਵਿੱਚ, ਉਸ ਚਲਾਨ ਦੇ ਵਿੱਚ ਕਿਹੜੇ ਦੋ ਵੱਡੇ ਲੀਡਰਾਂ ਦੇ ਨਾਮ ਸ਼ਾਮਲ ਹੋਏ ਸੀ ਤੇ ਕਿਉਂ ਹੋਏ ਸੀ। ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਜਾਂਚ ਰਿਪੋਰਟ ਦੀ ਆਖਰੀ ਚਲਾਨ ਸੀ 10ਵਾਂ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਚੈਨਲ ਦੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ, ਸਵਾਗਤ ਹੈ ਨਿਊਜ਼ ਏਸ਼ੀਆ ਦੇ ਪੰਜਾਬੀ ਖਾਸ ਪ੍ਰੋਗਰਾਮ ਵਿੱਚ। ਬਹੁਤ ਧੰਨਵਾਦ ਸੁਖਵਿੰਦਰ ਜੀ, ਤੇ ਨਿਊਜ਼ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਵੰਤ ਜੀ, ਕਿਵੇਂ ਦੇਖਦੇ ਹੋ ਜਿਹੜਾ ਹੁਣ ਇੱਕ ਤੋਂ ਬਾਅਦ ਇੱਕ ਖੁਲਾਸੇ ਜਿਹੜੇ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੇ ਜਾ ਰਹੇ ਨੇ? ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇੱਕ ਜਿਹੜਾ ਹੋਰ ਕਿੱਸਾ ਸਾਹਮਣੇ ਆਇਆ ਕਿ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਆਖਰੀ ਚਲਾਨ ਜਿਹੜਾ ਪੇਸ਼ ਕਰਨ ਵਾਲੇ ਕਹਿ ਦਿੱਤਾ ਗਿਆ ਸੀਗਾ ਏਜੀ ਦਫ਼ਤਰ ਨੂੰ, ਉਹ ਵੀ ਉਦੋਂ ਜਦੋਂ ਇਹ ਜਾਂਚ ਰਿਪੋਰਟ ਖਾਰਜ ਹੁੰਦੀ ਹੈ ਉਸ ਤੋਂ 25 ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਨਿਰਣਾਇਕ ਮੋੜ ਤੇ ਕੇਸ ਪਹੁੰਚ ਚੁੱਕਿਆ, ਇਸ ਲਈ ਤੁਸੀਂ ਜਿਹੜੀ ਇਹ ਰਿਪੋਰਟ ਦਾਖਲ ਕਰ ਦਿਓ। ਨਿਰਣਾਇਕ ਮੋੜ ਤੇ ਕੇਸ ਹੈ, ਪਰ ਉਹਨਾਂ ਦੀ ਜਿਹੜੀ ਹੈ ਏਜੀ ਅਤੁਲ ਨੰਦਾ ਦੇ ਦਫ਼ਤਰ ਦੇ ਵੱਲੋਂ, ਏਜੀ ਅਤੁਲ ਨੰਦਾ ਦੇ ਵੱਲੋਂ ਸੁਣੀ ਨਹੀਂ ਗਈ। ਕਿਵੇਂ ਦੇਖਦੇ ਹੋ? ਦੇਖੋ ਸੁਖਵਿੰਦਰ ਜੀ, ਇਸ ਮਾਮਲੇ ਨੂੰ ਅਗਰ ਸਾਰੇ ਘਟਨਾਕ੍ਰਮ ਨੂੰ ਅਗਰ ਸਮਝੀਏ ਤਾਂ ਜੇਕਰ ਆਪਾਂ ਇਹ ਕਹਿ ਦਈਏ ਕਿ ਇਹ ਪੂਰੀ ਦਾਲ ਹੀ ਕਾਲੀ ਹੈ ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਇਹ ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਸ਼ੁਰੂ ਤੋਂ ਜੇਕਰ ਘਟਨਾਕ੍ਰਮ ਨੂੰ ਆਪਾਂ ਸਮਝਿਆ ਜਾਵੇ ਤਾਂ ਜਦੋਂ ਗੋਲੀकांड ਹੋਇਆ, ਪਹਿਲਾਂ ਤਾਂ ਉਸ ਸਭ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਸਰਸੇ ਵਾਲੇ ਜਿਹੜੇ ਸਾਧ ਸੀਗੇ ਉਹਨਾਂ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਉੱਥੇ ਅੰਮ੍ਰਿਤ ਛਕਾਉਣ ਦੇ ਵਰਗਾ ਜਿਹੜਾ ਨਕਲ ਕੀਤੀ ਗਈ, ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਗਈ। ਉਸ ਤੋਂ ਬਾਅਦ ਜਿਹੜਾ ਉਹ ਘਟਨਾਵਾਂ ਵਾਪਰਦੀਆਂ ਨੇ, ਫਿਰ ਉਹਨਾਂ ਨੂੰ ਜਿਹੜਾ ਫਿਲਮ ਰਿਲੀਜ਼ ਹੋਣ ਵੇਲੇ ਉਹਨਾਂ ਨੂੰ ਮਾਫੀ ਦਿੱਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਸਰੂਪ ਚੋਰੀ ਹੋ ਜਾਂਦਾ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਤੋਂ, ਉਸ ਤੋਂ ਬਾਅਦ ਐਲਾਨ ਕੀਤਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਫਿਰ ਉਸ ਤੋਂ ਬਾਅਦ ਉਹ ਜਾਣ ਬੁੱਝ ਕੇ ਜਿਹੜੀ ਬੇਦਬੀ ਕੀਤੀ ਜਾਂਦੀ ਆ, ਉਹਨਾਂ ਨੂੰ ਖਿਲਾਰਿਆ ਜਾਂਦਾ, ਗਲੀਆਂ ਦੇ ਵਿੱਚ ਅੰਗ ਨੂੰ ਖਿਲਾਰਿਆ ਜਾਂਦਾ। ਉਹਦੇ ਬਾਅਦ ਸਿੱਖ ਸੰਗਤ ਜਦੋਂ ਇਨਸਾਫ ਲੈਣ ਲਈ ਉੱਥੇ ਧਰਨਾ ਲਾਉਂਦੀ ਹੈ ਤਾਂ ਉਹ ਨਿਹੱਥੀ ਸਿੱਖ ਸੰਗਤ ਦੇ ਉੱਤੇ ਜਿਹੜਾ ਉਹ ਪੰਜਾਬ ਦੀ ਆਪਣੀ ਹੀ ਸਿੱਖ ਹਿਤੈਸ਼ੀ ਕਹਾਉਣ ਵਾਲੀ, ਪੰਥਕ ਜਿਹੜੀ ਕਹਾਉਣ ਵਾਲੀ ਪਾਰਟੀ ਦੀ ਸਰਕਾਰ ਉਹਨਾਂ ਦੇ ਉੱਤੇ ਜਿਹੜੀ ਤਸ਼ੱਦਦ ਕਰਦੀ ਹੈ, ਉਹਨਾਂ ਦੇ ਉੱਤੇ ਗੋਲੀਆਂ ਵਰਾਉਂਦੀ ਹੈ। ਤੇ ਫਿਰ ਗੋਲੀਆਂ ਵਰਾਉਣ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰ ਜਾਂਦਾ ਹੈ, ਵੱਡਾ ਰੌਲਾ ਪੈ ਜਾਂਦਾ, ਤਾਂ ਫਿਰ ਉਹਦੀ ਜਿਹੜੀ ਹੈ ਉਹ FIR ਜਿਹੜੀ ਹੁੰਦੀ ਆ ਉਹਦੇ ਵਿੱਚ ਵੀ ਅਣਪਛਾਤੀ ਪੁਲਿਸ ਜਿਹੜੀ ਆ ਉਹ ਕਰਾਰ ਦੇ ਦਿੱਤੀ ਜਾਂਦੀ ਹੈ। ਜਦ ਕਿ ਪਤਾ ਹੁੰਦਾ
ਵੀ ਕਿਹੜੀ ਪੁਲਿਸ ਵਾਲੇ ਦੀ, ਕਿਹੜੇ ਪੁਲਿਸ ਵਾਲੇ ਦੀ ਕਿੱਥੇ ਡਿਊਟੀ ਲੱਗੀ ਸੀ। ਜਦੋਂ ਉਹ ਥਾਣਿਆਂ ਦੇ ਵਿੱਚੋਂ ਨਿਕਲਦੇ ਨੇ ਤਾਂ ਰੋਜ਼ ਨਾਮਚਿਆਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਦਰਜ ਕੀਤਾ ਜਾਂਦਾ ਵੀ ਉਹ ਕਿੱਥੇ ਜਾ ਰਹੇ ਨੇ, ਕਿਹੜੀ ਡਿਊਟੀ ਤੇ ਜਾ ਰਹੇ ਨੇ। ਬਿਲਕੁਲ, ਤੇ ਜਿਹੜੇ ਉੱਥੇ ਜਾ ਕੇ ਵੀ ਕਿਹੜੇ ਬੰਦੇ ਨੂੰ ਕਿਹੜੇ ਪੁਆਇੰਟ ਤੇ ਲਗਾਇਆ ਜਾਂਦਾ ਉਹ ਵੀ ਦੱਸਿਆ ਜਾਂਦਾ। ਬਿਲਕੁਲ ਉਹ ਦੱਸਿਆ ਜਾਂਦਾ ਤੇ ਉਹ ਸਾਰੀ ਚੀਜ਼ ਜਿਹੜੀ ਆ ਉਹ ਰਿਕਾਰਡ ਦੇ ਉੱਤੇ ਹੁੰਦੀ ਆ। ਉਹਦਾ ਹਰ ਇੱਕ ਜਿਹੜੀ ਡਿਊਟੀ ਜਿੱਥੇ ਵੀ ਲੱਗੀ ਹੁੰਦੀ ਆ, ਹਰ ਇੱਕ ਜਗ੍ਹਾ ਦਾ ਜਿਹੜੇ ਇੱਕ ਇੰਚਾਰਜ ਲਗਾਇਆ ਜਾਂਦਾ ਤੇ ਉਹਨਾਂ ਦੇ ਉੱਤੇ ਵੀ ਇੰਚਾਰਜ ਹੁੰਦੇ ਨੇ ਤੇ ਸਾਰੇ ਆਪਰੇਸ਼ਨ ਦਾ ਵੀ ਇੱਕ ਇੰਚਾਰਜ ਹੁੰਦਾ। ਸੋ ਕੁੱਲ ਮਿਲਾ ਕੇ ਜਿਹੜਾ ਹੈ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਣਪਛਾਤੀ ਪੁਲਿਸ ਕਰਾਰ ਦੇ ਦਿੱਤਾ ਜਾਂਦਾ। ਉਸ ਤੋਂ ਬਾਅਦ ਜਦੋਂ ਮਾਮਲਾ ਜਿਹੜਾ ਜ਼ਿਆਦਾ ਭਖ ਜਾਂਦਾ ਤਾਂ ਫਿਰ ਆਪਣੇ ਆਪ ਨੂੰ ਜਿਹੜਾ ਕੁਝ ਲੋਕ ਫਸਦੇ ਵੇਖ ਕੇ ਤੇ ਇਹ ਸਾਰਾ ਸਿਸਟਮ ਜਿਹੜਾ ਕਾਲਾ ਮਾਲਾ ਹੋ ਜਾਂਦਾ। ਫਿਰ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਸੀਬੀਆਈ ਨੂੰ ਦੇ ਦਿੱਤਾ ਜਾਂਦਾ। ਠੰਡੇ ਬਸਤੇ 'ਚ ਇੱਕ ਪਿੱਛੇ ਜੇ ਅਗਰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਅਗਰ ਆਪਾਂ ਸੁਣੀਏ ਤਾਂ ਨਸ਼ਿਆਂ ਦੇ ਮਾਮਲੇ ਨੂੰ ਸੀਬੀਆਈ ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਜਿਹੜਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਮਜੀਠੀਆ ਬਾਰੇ ਇਹ ਕਹਿ ਕੇ ਨਾ ਕਰ ਦਿੱਤੀ ਸੀ ਕਿ ਇਹ ਠੰਡੇ ਬਸਤੇ 'ਚ ਨਹੀਂ ਪਾਉਣਾ, ਆਪਾਂ ਨੇ ਇਸ ਮਾਮਲੇ ਨੂੰ ਆਪਾਂ ਨੇ ਹੱਲ ਕਰਨਾ। ਤਾਂ ਉਹ ਅਗਰ ਇਹ ਦੇਖਿਆ ਜਾਵੇ ਤਾਂ ਸੀਬੀਆਈ ਨੂੰ ਜਿਹੜਾ ਮਾਮਲਾ ਦਿੱਤਾ ਗਿਆ ਉਹ ਠੰਡੇ ਬਸਤੇ 'ਚ ਪਾਉਣ ਲਈ ਦਿੱਤਾ ਗਿਆ ਸੀਗਾ। ਉਹ ਸੀਬੀਆਈ ਅੱਗੇ ਜਿਹੜੀ ਕਾਰਵਾਈ ਕਰਦੀ ਆ ਉਹ ਸਾਰਿਆਂ ਨੂੰ ਪਤਾ ਹੈਗੀ ਆ। ਉਹ 4 ਸਾਲ ਲਗਾ ਦਿੰਦੀ ਹੈ। 4 ਸਾਲ ਤੋਂ ਬਾਅਦ ਵੀ ਜਿਹੜੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ ਹੈ ਵੀ ਇੱਥੇ ਕੋਈ ਵੀ ਕੁਝ ਵੀ ਨਹੀਂ ਲੱਭਦਾ। ਤੇ ਇੱਥੋਂ ਤੱਕ ਕਿ ਜਿਹੜੀ ਗੋਲੀ ਕਾਂਡ ਵੇਲੇ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਜਿਹੜੀ ਮੌਕੇ ਦੀ ਸਰਕਾਰ ਵੱਲੋਂ ਜਿੱਦਾਂ ਇਹ ਦੋਸ਼ ਲੱਗ ਰਹੇ ਨੇ ਵੀ ਉਹ ਗਾਇਬ ਕਰ ਦਿੱਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਜਿਹੜੇ ਨਵਜੋਤ ਸਿੰਘ ਸਿੱਧੂ ਹੋਣੀ ਉਹ ਜਿਹੜੀ ਜਨਤਕ ਕਰਦੇ ਨੇ। ਫਿਰ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਉਹਦੀ ਜਾਂਚ ਕਰਦਾ, ਜਦਕਿ ਜੋਰਾ ਸਿੰਘ ਕਮਿਸ਼ਨ ਜਿਹੜੇ ਸੀਗਾ ਉਹ ਅਕਾਲੀ ਦਲ ਸਰਕਾਰ ਵੇਲੇ ਆਪਣਾ ਹੀ ਜਿਹੜਾ ਉਹਨਾਂ ਦਾ ਕਮਿਸ਼ਨ ਕਾਇਮ ਕੀਤਾ ਗਿਆ ਸੀ, ਹਾਈ ਕੋਰਟ ਦੇ ਜੱਜ ਸੀਗੇ। ਤਾਂ ਉਹਨਾਂ ਦਾ ਕਮਿਸ਼ਨ ਉਹ ਰਿਪੋਰਟ ਜਦੋਂ ਲੈ ਕੇ ਜਾਂਦਾ ਤਾਂ ਉਹਨਾਂ ਨੂੰ ਬਾਹਰ ਵੀ ਖੜਾ ਕੀਤਾ ਜਾਂਦਾ, ਉਹਨਾਂ ਨਾਲ ਚਪੜਾਸੀ ਵਾਲਾ ਵਿਹਾਰ ਕੀਤਾ ਜਾਂਦਾ। ਉਹਦੀ ਰਿਪੋਰਟ ਵੀ ਜਿਹੜੀ ਉਹ ਖਾਰਜ ਹੋ ਜਾਂਦੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਂਦੀ ਹੈ ਤਾਂ ਉਹ ਵੀ ਜਿਹੜੀ ਹੈ ਉਹਦੀ ਵਿਧਾਨ ਸਭਾ ਦੇ ਵਿੱਚ ਪੂਰੀ ਜ਼ੋਰਦਾਰ ਬਹਿਸ ਹੋਣ ਦੇ ਬਾਵਜੂਦ ਮੰਗ ਕੀਤੀ ਜਾਂਦੀ ਹੈ ਝੋਲੀਆਂ ਅੱਡ ਕੇ ਕੀ ਕਾਰਵਾਈ ਕੀਤੀ ਜਾਵੇ, ਪਰ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਦਿੱਤੀ ਜਾਂਦੀ। ਇੱਕ ਸਿੱਟ ਬਣਾ ਦਿੱਤੀ ਜਾਂਦੀ ਹੈ, ਸੀਬੀਆਈ ਤੋਂ ਰਿਪੋਰਟ ਵਾਪਸ ਲੈਣ ਦੀ ਗੱਲ ਕੀਤੀ ਜਾਂਦੀ ਹੈ। ਸੀਬੀਆਈ ਤੋਂ ਰਿਪੋਰਟ ਲੈਣ ਲਈ ਵੀ ਕਿੰਨਾ ਸਮਾਂ ਲੱਗ ਜਾਂਦਾ। ਨਾਲ ਜਿਹੜਾ ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਕਿ 3 ਮਹੀਨੇ ਦੇ ਵਿੱਚ ਜਿਹੜੀ ਅਸੀਂ ਇਹ ਜਾਂਚ ਮੁਕੰਮਲ ਕਰ ਦਾਂਗੇ, ਪਰ ਉਹ ਜਾਂਚ ਜਿਹੜੀ ਸਿੱਟ ਬਣਾਈ ਜਾਣੀ ਹੁੰਦੀ ਹੈ, ਸਿੱਟ ਦੇ ਅਧਿਕਾਰੀ ਕੋਈ ਪਹਿਲਾਂ ਤਾਂ ਅਧਿਕਾਰੀ ਹੀ ਨਹੀਂ ਅੱਗੇ ਆਉਂਦਾ ਕਿ ਸਿੱਟ ਜਿਹੜੀ ਉਹਦੇ 'ਚ ਸਿੱਟ ਦੇ ਵਿੱਚ ਸ਼ਾਮਲ ਹੋਵੇ। ਤੇ ਜਦੋਂ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਤਾਂ ਉਹ ਉਹਨਾਂ ਦੇ ਵਿੱਚੋਂ 5 ਦੇ ਵਿੱਚੋਂ 4 ਅਧਿਕਾਰੀ ਜਿਹੜੇ ਨੇ ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਹੋ ਜਾਂਦੇ ਨੇ, ਕਿਉਂਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਉਸ ਵੇਲੇ ਬੁਲਾਇਆ ਜਾਣਾ ਸੀ, ਜਾਂਚ 'ਚ ਸ਼ਾਮਲ ਕੀਤਾ ਜਾਣਾ ਸੀ ਤੇ ਦੋਸ਼ ਇਹ ਲੱਗਦੇ ਨੇ ਕਿ ਉਹ ਜਿਹੜਾ ਸਾਰਾ ਮਾਮਲਾ ਉਹਦੇ ਨਾਲ ਜੁੜਿਆ ਹੋਇਆ ਸੀ। ਸੋ ਉਸ ਤੋਂ ਬਾਅਦ ਜਦੋਂ ਇਹ ਸਾਰੀ ਜਿਹੜੀ ਜਾਂਚ 9 ਜਿਹੜੇ ਚਲਾਨ ਪੇਸ਼ ਹੋ ਚੁੱਕੇ ਹੁੰਦੇ ਨੇ, ਇਸ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਨੂੰ ਧਮਕੀ ਦਿੱਤੇ ਜਾਣ ਦਾ ਜਿਹੜਾ ਉਹ ਐਫੀਡੇਵਿਟ ਜਿਹੜਾ ਉਹ ਉਹਨਾਂ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਵੀ ਦਿੱਤਾ ਜਾਂਦਾ ਵੀ ਉਹ ਗਾਲਾਂ ਵੀ ਕੱਢੀਆਂ ਗਈਆਂ ਤੇ ਉਹਨਾਂ ਨੂੰ ਧਮਕੀ ਵੀ ਦਿੱਤੀ ਗਈ। ਤੇ ਨਾਲ ਜਿਹੜੀ ਇਸ ਦੀ ਸ਼ਿਕਾਇਤ ਜਿਹੜੀ ਆ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਵੀ ਕੀਤੀ ਜਾਂਦੀ ਹੈ, ਗ੍ਰਹਿ ਵਿਭਾਗ ਨੂੰ ਵੀ ਦੱਸਿਆ ਜਾਂਦਾ, ਪਰ ਇਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਚਲਾਨ ਜਦੋਂ ਸਾਰਾ ਕੁਝ ਹੋ ਜਾਂਦਾ ਤਾਂ ਇਹਦੇ ਬਾਵਜੂਦ ਵੀ ਦੂਜੇ ਪਾਸੇ ਕਾਨੂੰਨੀ ਜਿਹੜੀ ਚਾਰਾਜੋਈ ਚੱਲ ਰਹੀ ਹੁੰਦੀ ਹੈ ਉਹਦੇ 'ਚ ਉਹ ਜਿਸ ਤਰ੍ਹਾਂ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਗੱਲ ਮੰਨ ਲਈਏ ਤਾਂ ਉਸ ਦੌਰਾਨ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣੀ ਇਹ ਕਹਿੰਦੇ ਨੇ ਕਿ ਵਕੀਲ ਜਿਹੜੇ ਨੇ ਉਹ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ। ਇੰਜ ਲੱਗ ਰਿਹਾ ਹੁੰਦਾ ਵੀ ਜਿਵੇਂ ਵਕੀਲ ਦੂਜਿਆਂ ਦਾ ਪੱਖ ਪੂਰ ਰਹੇ ਨੇ, ਵਿਰੋਧੀਆਂ ਦਾ ਪੱਖ ਪੂਰ ਰਹੇ ਨੇ, ਮੁਲਜ਼ਮਾਂ ਦਾ ਪੱਖ ਪੂਰ ਰਹੇ ਨੇ। ਹਰ ਪਾਸੋਂ ਉਹ ਨਿਰਾਸ਼ ਹੁੰਦੇ ਨੇ। ਉਹ ਕਹਿੰਦੇ ਨੇ ਮੈਨੂੰ ਹਰ ਦਰਵਾਜ਼ਾ ਖੜਕਾਉਣਾ ਪਿਆ ਪਰ ਕੋਈ ਕਿਸੇ ਦਰਵਾਜ਼ੇ ਦੇ ਵਿੱਚੋਂ ਮੈਨੂੰ ਇਨਸਾਫ ਦੀ ਕੋਈ ਵੀ ਜਿਹੜੀ ਆ ਉਹ ਹਾਮੀ ਨਹੀਂ ਭਰੀ ਗਈ, ਉਮੀਦ ਨਹੀਂ, ਹਾਮੀ ਨਹੀਂ ਭਰੀ ਗਈ। ਇੱਥੋਂ ਤੱਕ ਕਿ ਮੁੱਖ ਮੰਤਰੀ 4 ਫਰਵਰੀ ਨੂੰ ਹੁਕਮ ਦਿੰਦੇ ਨੇ ਕਿ ਏਜੀ ਨੂੰ ਯਾਨੀ ਕਿ ਅਤੁਲ ਨੰਦਾ ਨੂੰ, ਅਟਾਰਨੀ ਜਨਰਲ ਨੂੰ ਖੁਦ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ ਹੋਏਗਾ, ਨਾ ਕਿ ਜਿਹੜਾ ਬਾਹਰਲੇ ਵਕੀਲਾਂ ਤੋਂ। ਬਾਹਰਲੇ ਵਕੀਲ ਨਹੀਂ ਲਿੱਤੇ ਜਾਣਗੇ। ਪਰ ਉਹਦੇ ਬਾਵਜੂਦ ਵੀ ਅਟਾਰਨੀ ਜਨਰਲ ਅਤੁਲ ਨੰਦਾ ਮੈਡੀਕਲ ਛੁੱਟੀ ਤੇ ਚਲੇ ਜਾਂਦੇ ਨੇ। ਮੈਡੀਕਲ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਸਵਾਲ ਖੜਾ ਕਰਦੇ ਨੇ ਪਿਛਲੇ 4 ਸਾਲ ਦੌਰਾਨ ਉਹ ਮੈਡੀਕਲ ਛੁੱਟੀ ਦੇ ਉੱਤੇ ਕਿੰਨੀ ਵਾਰ ਗਏ ਨੇ, ਇਹ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਸ ਦੌਰਾਨ ਜਦੋਂ ਜਿਸ ਦਿਨ ਪੇਸ਼ੀ ਹੁੰਦੀ ਹੈ ਉਸ ਦਿਨ ਉਹ ਛੁੱਟੀ ਤੇ ਚਲੇ ਜਾਂਦੇ ਨੇ। ਹਾਈ ਕੋਰਟ ਦੀ ਵੈਬਸਾਈਟ ਜਿਹੜੀ ਆ ਉਹ ਹਾਈ ਕੋਰਟ ਦੀ ਵੈਬਸਾਈਟ ਡਾਊਨ ਹੋ ਜਾਂਦੀ ਹੈ। ਹਾਈ ਕੋਰਟ ਦੇ ਉੱਤੋਂ ਜਿਹੜੇ ਆਰਡਰ ਆਉਂਦੇ ਨੇ ਉਹਨਾਂ ਆਰਡਰਾਂ ਦੀ ਜਿਹੜੀ ਆ ਉਹ ਆਰਡਰ ਜਿਹੜੇ ਜ਼ਬਾਨੀ ਹੁਕਮ ਪਹਿਲਾਂ ਆਉਂਦੇ ਨੇ, ਹਲੇ ਆਰਡਰ ਦੀ ਕਾਪੀ ਜਿਹੜੀ ਆ, ਫੈਸਲੇ ਦੀ ਕਾਪੀ ਹਲੇ ਤੱਕ ਨਹੀਂ ਆਉਂਦੀ। ਇਹ ਸਾਰੇ ਦੇ ਸਾਰੇ ਮਾਮਲੇ ਉਸ ਤੋਂ ਬਾਅਦ ਨਾਲ ਉਹ ਕਹਿੰਦੇ ਨੇ ਵੀ ਮੈਂ ਜਦੋਂ 15 ਮਾਰਚ ਨੂੰ ਹੁਣ ਅਸਤੀਫਾ ਦਿੱਤੇ ਜਾਣ ਤੋਂ 25 ਦਿਨ ਪਹਿਲਾਂ 15 ਮਾਰਚ ਨੂੰ ਮੈਂ ਸਿਫਾਰਿਸ਼ ਕਰਦਾ ਕਿ ਇਸ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਜਾਂਚ ਹੈ ਉਹ ਮੁਕੰਮਲ ਹੋ ਚੁੱਕੀ ਹੈ ਤੇ ਜਿਹੜਾ 10ਵਾਂ ਚਲਾਨ ਹੈ ਉਹ ਵੀ ਅਦਾਲਤ ਦੇ ਵਿੱਚ ਜਿਹੜਾ ਉਹ ਭੇਜਿਆ ਜਾਵੇ। ਪਰ ਇਹਦੇ ਬਾਵਜੂਦ ਵੀ ਇਹ ਚਲਾਨ ਅੱਜ ਤੱਕ ਨਹੀਂ ਭੇਜਿਆ ਜਾਂਦਾ। ਉਸ ਤੋਂ ਅੰਤ ਇਹ ਹੁੰਦਾ
ਕਿ ਜਦੋਂ ਇਹ ਗੱਲਾਂ ਹਾਲੇ ਚੱਲ ਰਹੀਆਂ ਹੁੰਦੀਆਂ ਨੇ ਤੇ ਉਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਹਾਈ ਕੋਰਟ ਤੋਂ ਫੈਸਲਾ ਆ ਜਾਂਦਾ ਕਿ ਉਹ ਉਹਨਾਂ ਦੀ ਜਾਂਚ ਜਿਹੜੀ ਉਹ ਰੱਦ ਕੀਤੀ ਜਾਂਦੀ ਹੈ ਤੇ ਜਾਂਚ ਦੇ ਵਿੱਚ ਅਗਲੀ ਜਾਂਚ ਦੇ ਵਿੱਚ ਜਿਹੜੀ SIT ਬਣਾਈ ਜਾਵੇ, ਉਸ SIT ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਲ ਨਾ ਕੀਤਾ ਜਾਵੇ। ਹੁਣ ਤੁਸੀਂ ਕੁੱਲ ਮਿਲਾ ਕੇ ਸਾਰੇ ਘਟਨਾਕ੍ਰਮ ਨੂੰ ਅਗਰ ਦੇਖ ਲਿਓ ਤਾਂ ਤੁਹਾਨੂੰ ਸਮਝ ਆ ਜਾਏਗਾ ਕਿ ਇਹ ਪੂਰੀ ਪੂਰੀ ਦਾਲ ਹੀ ਕਾਲੀ ਹੈ ਤੇ ਇੱਕ ਬੰਦਾ ਸਿਰਫ ਤੇ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਇਕੱਲਾ ਬੰਦਾ ਜਿਹੜਾ ਪੂਰੇ ਸਿਸਟਮ ਦੇ ਨਾਲ ਤੇ ਪੂਰੇ ਜਿਹੜੇ ਵਿਰੋਧੀ ਧਿਰ ਦੇ ਨਾਲ, ਉਹ ਆਪਣਿਆਂ ਦੇ ਨਾਲ ਤੇ ਬਗਾਨਿਆਂ ਨਾਲ ਹਰ ਇੱਕ ਦੇ ਨਾਲ ਲੜਦਾ ਰਿਹਾ, ਇੱਥੋਂ ਤੱਕ ਕਿ ਉਹਨਾਂ ਨੇ ਇੱਕ ਜਿੱਥੇ ਆਸ ਦੀ ਕਿਰਨ ਜਾਗੀ ਸੀ, ਹਰਵਿੰਦਰ ਸਿੰਘ ਫੂਲਕਾ ਜਿਹੜੇ ਸਾਬਕਾ ਵਿਧਾਇਕ ਵੀ ਨੇ ਆਮ ਆਦਮੀ ਪਾਰਟੀ ਦੇ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਨੇ, ਉਹਨਾਂ ਦੇ ਕੋਲੋਂ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਬੜੀ ਵੱਡੀ ਆਸ ਜਾਗੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਮੈਂ ਇਹ ਫ੍ਰੀ ਕੇਸ ਲੜਾਂਗਾ, ਤੇ ਉਹਨਾਂ ਨੂੰ ਵੀ ਸਾਰੀਆਂ ਫਾਈਲਾਂ ਭੇਜੀਆਂ ਪਰ ਉਹਨਾਂ ਨੇ ਵੀ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਸੁਪਰੀਮ ਕੋਰਟ ਤੋਂ ਘੱਟ ਕੇਸ ਨਹੀਂ ਲੜਦਾ। ਸੋ ਕੁੱਲ ਮਿਲਾ ਕੇ ਇੱਕ ਬੰਦਾ ਸਾਰੇ ਸਿਸਟਮ ਦੇ ਖਿਲਾਫ ਲੜਦਾ ਰਿਹਾ ਪਰ ਉਹਨਾਂ ਨੂੰ ਇਨਸਾਫ ਕਿਤੋਂ ਨਹੀਂ ਮਿਲਿਆ। ਹਾਰ ਕੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਸ ਨੂੰ ਉੱਥੋਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ। ਅਸਤੀਫਾ ਦੇ ਕੇ ਹੁਣ ਅੱਜ ਵੀ ਉਹ ਕਹਿ ਰਹੇ ਨੇ ਕਿ ਮੈਂ ਇਸ ਕੇਸ ਦੀ ਪੈਰਵਾਈ ਖੁਦ ਕਰਾਂਗਾ ਤੇ ਹਾਈ ਕੋਰਟ ਦੇ ਵਿੱਚ ਇਹ ਕੇਸ ਨੂੰ ਲੜਾਂਗਾ ਤੇ ਮੁਲਜ਼ਮਾਂ ਦੇ ਪੱਖ ਦੇ ਵਿੱਚੋਂ ਨਹੀਂ, ਆਪਣੇ ਜਿਹੜੇ ਪੀੜਤਾਂ ਦੇ ਪੱਖ ਵਿੱਚ। ਇੱਥੇ ਵੀ ਹੈ ਨਾ ਕਿ ਇੱਕ ਜਾਂਚ ਅਧਿਕਾਰੀ ਨੂੰ ਤੁਸੀਂ ਜਾਂਚ ਸੌਂਪ ਦਿੰਦੇ ਹੋ, ਉਹ ਜਾਂਚ ਅਧਿਕਾਰੀ ਨੂੰ ਜਾਂਚ ਸੌਂਪਣ ਸਮੇਂ ਤੁਸੀਂ ਇਹ ਗੱਲ ਕਹਿ ਕੇ ਆਏ ਹੋ ਕਿ ਇਸ ਮੁੱਦੇ ਦੇ ਉੱਪਰ ਹੀ ਅਸੀਂ ਸਰਕਾਰ ਬਣਾਈ ਹੈ ਤੇ ਅਸੀਂ ਜਲਦ ਤੋਂ ਜਲਦ ਜਿਹੜਾ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ। ਉਹ ਫਿਰ ਜਾਂਚ ਤਕਰੀਬਨ ਜਿਹੜੀ 3-4 ਮਹੀਨਿਆਂ ਦੇ ਅੰਦਰ 6 ਮਹੀਨਿਆਂ ਦੇ ਅੰਦਰ ਪੂਰੀ ਹੋ ਜਾਣੀ ਚਾਹੀਦੀ ਸੀ, ਉਹ 4.5 ਸਾਲਾਂ ਦੇ ਵਿੱਚ ਜਿਹੜੀ ਜਾ ਕੇ ਪੂਰੀ ਹੋਈ। ਤਾਂ ਫਿਰ ਜਦੋਂ ਪੂਰੀ ਹੋ ਜਾਂਦੀ ਹੈ ਤਾਂ ਉਹ ਫਿਰ ਉਹੀ ਜਾਂਚ ਕਰਨ ਵਾਲਾ ਅਧਿਕਾਰੀ ਕਹਿੰਦਾ ਕਿ ਜਾਂਚ ਪੂਰੀ ਹੋ ਚੁੱਕੀ ਹੈ, ਨਿਰਣਾਇਕ ਮੋੜ ਤੇ ਪਹੁੰਚ ਚੁੱਕੀ ਹੈ ਤੇ ਤੁਸੀਂ ਜਿਹੜੀ ਆਖਰੀ ਜਿਹੜੀ ਇਹਦਾ ਚਲਾਨ ਹੈ ਉਹ ਪੇਸ਼ ਕਰ ਦਿਓ। ਤਾਂ ਫਿਰ 25 ਦਿਨ ਜਿਹੜਾ ਹੈ ਉਹ ਚਲਾਨ ਹੀ ਪੇਸ਼ ਨਹੀਂ ਕੀਤਾ ਜਾਂਦਾ, ਉਸ ਤੋਂ ਬਾਅਦ ਜਾਂਚ ਰਿਪੋਰਟ ਖਾਰਜ ਹੋ ਜਾਂਦੀ ਹੈ। ਫਿਰ ਤੁਸੀਂ ਕਿਵੇਂ ਦੇਖਦੇ ਹੋ, ਇਨਸਾਫ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਕਿੰਨੇ ਕੁ ਤੁਸੀਂ ਸਿੰਸੀਅਰ ਗਿਣਦੇ ਹੋ ਇਸ ਮਾਮਲੇ ਦੇ ਵਿੱਚ AG ਅਤੁਲ ਨੰਦਾ ਨੂੰ ਕਿ ਇੰਨੇ ਗੰਭੀਰ ਮਸਲੇ ਦੇ ਵਿੱਚ ਉਹ ਕਹਿੰਦੇ ਸੀ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਤੁਸੀਂ ਆਪ ਪੇਸ਼ ਹੋਣਾ, ਇੱਕ ਤਾਂ ਛੁੱਟੀ ਲੈ ਕੇ ਚਲ ਜਾਂਦੇ ਆ, ਦੂਜਾ 25 ਦਿਨ ਦੇ ਵਕਫੇ ਦੇ ਵਿੱਚ ਜਿਹੜਾ ਹੈਗਾ ਕਿ ਜਿਵੇਂ ਕਿਹਾ ਜਾ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਜਾਂਚ ਰਿਪੋਰਟ ਖਾਰਜ ਹੋਣ ਤੋਂ 25 ਦਿਨ ਪਹਿਲਾਂ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੇ ਕਹਿਤਾ ਸੀ ਕਿ ਚਲਾਨ ਪੇਸ਼ ਕਰ ਦਿਓ, ਉਹ 25 ਦਿਨਾਂ ਦੇ ਵਿੱਚ ਤੇ ਹਾਲੇ ਤੱਕ ਵੀ ਜਿਹੜਾ ਹੈਗਾ ਉਹ ਜਿਹੜਾ ਚਲਾਨ ਪੇਸ਼ ਨਹੀਂ ਕੀਤਾ ਗਿਆ। ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ, ਕੀ ਜਵਾਬ ਦੇਣਗੇ ਸਰਕਾਰ? ਬਿਲਕੁਲ ਇਹ ਬੜਾ ਗੰਭੀਰ ਮਾਮਲਾ ਹੈਗਾ ਤੇ ਜਿਸ ਤਰ੍ਹਾਂ ਦੇ ਦੋਸ਼ ਨਿਕਲ ਕੇ ਸਾਹਮਣੇ ਆਏ ਨੇ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਇੱਕ ਜਾਂਚ ਅਧਿਕਾਰੀ ਪੂਰੇ ਸਿਸਟਮ ਦੇ ਨਾਲ ਲੜ ਕੇ ਉਹਨਾਂ ਨੇ, ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਨੂੰ ਸੱਚ ਮੰਨਿਆ ਜਾਵੇ ਤਾਂ ਉਹ ਕਹਿੰਦੇ ਨੇ ਕਿ ਮੈਂ ਵਾਰ-ਵਾਰ ਮੁੱਖ ਮੰਤਰੀ ਨੂੰ ਮਿਲ ਕੇ ਦੱਸਿਆ ਕਿ ਸਾਡੇ ਹੀ ਵਕੀਲਾਂ ਦਾ ਰਵੱਈਆ ਸਾਡੇ ਪ੍ਰਤੀ ਸਹੀ ਨਹੀਂ ਹੈ। ਜੇਕਰ ਉਹਨਾਂ ਦੀ ਆਪਣੀ ਜਿਸ ਤਰ੍ਹਾਂ ਆਪਾਂ ਨੇ ਕੱਲ ਵਾਲੀ ਆਪਣੀ ਜਿਹੜੀ ਉਹਦੇ 'ਚ ਰਿਪੋਰਟ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਹ ਕਹਿਣਾ ਸੀਗਾ ਕਿ ਸਾਡੇ ਵਕੀਲ ਹੀ ਜਿਹੜੇ ਮੈਨੂੰ ਇਹ ਲੱਗਦਾ ਸੀ ਜਿਵੇਂ ਮੈਨੂੰ ਟੌਰਚਰ ਕਰ ਰਹੇ ਹੁੰਦੇ ਨੇ। ਆਪਣੇ ਹੀ ਵਕੀਲ ਜਿਹੜੇ ਕਿ ਜਦੋਂ ਇਹ ਫੈਸਲਾ ਜਿਹੜਾ ਉਹ ਉਹਨਾਂ ਦੀ ਰਿਪੋਰਟ ਖਾਰਿਜ ਹੁੰਦੀ ਹੈ ਤਾਂ ਉਹਨਾਂ ਨੂੰ ਜਦੋਂ ਜਿਹਦੇ ਵੱਲੋਂ ਸੂਚਿਤ ਕੀਤਾ ਜਾਂਦਾ ਉਹ ਬੜੇ ਖੁਸ਼ ਹੋ ਕੇ ਏਦਾਂ ਲੱਗਦਾ ਕਿ ਜਿੱਦਾਂ ਉਹ ਬੜਾ ਖੁਸ਼ ਹੋਇਆ ਹੋਵੇ ਜੇ ਵੀ ਤੁਹਾਡੀ ਰਿਪੋਰਟ ਖਾਰਿਜ ਹੋ ਗਈ ਤਾਂ ਤੁਹਾਨੂੰ ਜਿਹੜਾ ਉਹ SIT ਤੋਂ ਲਾਂਭੇ ਕਰ ਦਿੱਤਾ ਗਿਆ। ਉਹ ਕਹਿੰਦਾ ਬੜਾ ਦੁੱਖ ਲੱਗਿਆ ਮੈਨੂੰ ਇਸ ਚੀਜ਼ ਦਾ ਕਿ ਆਪਣੇ ਹੀ ਲੋਕ ਜਿਹੜੇ ਸੀਗੇ ਉਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਆਪਣਿਆਂ ਦੇ ਵਿੱਚ ਹੀ ਮੈਨੂੰ ਏਦਾਂ ਲੱਗਦਾ ਸੀ ਮੈਂ ਬਗਾਨਿਆਂ 'ਚ ਖੜਾ। ਤੇ ਕੁੱਲ ਮਿਲਾ ਕੇ ਇਹ ਜਿਹੜਾ ਵੀ ਵਰਤਾਰਾ ਹੋਇਆ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਸਰਕਾਰ ਦੇ ਪੱਖ 'ਚ ਜਾ ਰਿਹਾ। ਇਹ ਸਾਰੀ ਦੀ ਸਾਰੀ ਜਿਹੜੀ ਪੰਜਾਬ ਦੀ ਜਨਤਾ ਹੈ, ਗੁਰੂ ਨਾਨਕ ਨਾਮ ਲੇਵਾ ਜਿੰਨੇ ਵੀ ਲੋਕ ਨੇ, ਇਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਇਸ ਫੈਸਲੇ ਤੋਂ ਬੇਹੱਦ ਨਾਰਾਜ਼ ਨੇ ਤੇ ਜਿਸ ਤਰ੍ਹਾਂ ਦੇ ਖੁਲਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣ ਕਰ ਰਹੇ ਨੇ ਉਸ ਨੂੰ ਲੈ ਕੇ ਜੇਕਰ ਸਮੇਂ ਸਿਰ ਸਰਕਾਰ ਹੁਣ ਵੀ ਨੇ ਜਾਗੀ ਤੇ ਸਮੇਂ ਸਿਰ ਸਰਕਾਰ ਨੇ ਹੁਣ ਵੀ ਉਹ ਕਦਮ ਨਾ ਚੁੱਕੇ ਜਿਹੜੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹੇ ਨੇ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਹ ਉਸ ਦੇ ਉੱਤੇ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਲ ਕੋਈ ਜਵਾਬ ਬਚੇਗਾ। 6 ਮਹੀਨੇ ਦਾ ਸਮਾਂ ਬਚਿਆ ਵਿਧਾਨ ਸਭਾ ਚੋਣਾਂ ਨੂੰ, ਸਾਰੇ ਹੀ ਆਪਣੇ ਵੀ ਵਿਰੁੱਧ ਹੁੰਦੇ ਜਾ ਰਹੇ ਨੇ, ਚਾਹੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਲੈ ਲਓ, ਚਾਹੇ ਤੁਸੀਂ ਸ਼ਮਸ਼ੇਰ ਸਿੰਘ ਦੂਲੋ ਲੈ ਲਓ, ਨਵਜੋਤ ਸਿੰਘ ਸਿੱਧੂ ਲੈ ਲਓ ਤੇ ਇੱਥੋਂ ਤੱਕ ਕਿ ਹੁਣ ਤਾਂ ਪਿੱਛੇ ਜੇ ਰਵਨੀਤ ਸਿੰਘ ਬਿੱਟੂ ਹੋਣਾ ਨੇ ਵੀ ਬਿਆਨ ਦੇ ਦਿੱਤਾ ਸੀਗਾ ਕਿ ਹੁਣ ਤਾਂ ਕੈਪਟਨ ਸਾਹਿਬ 6 ਮਹੀਨੇ ਰਹਿ ਗਏ, ਹੁਣ ਤਾਂ ਨਸ਼ਿਆਂ ਤੇ ਬੇਅਦਬੀ ਕਾਂਡ ਦੇ ਮਾਮਲਿਆਂ ਨੂੰ ਹੱਲ ਕਰੋ, ਨਹੀਂ ਅਸੀਂ ਸਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਤੋ ਕੁੱਲ ਮਿਲਾ ਕੇ ਆਪਣਿਆਂ ਦੀ ਜਿਹੜੇ ਸੁਰ ਨੇ ਉਹ ਗਰਮ ਹੋਣੇ ਸ਼ੁਰੂ ਹੋ ਗਏ ਨੇ। 2 ਮਈ ਦਾ ਇੰਤਜ਼ਾਰ ਕਰੋ, 2 ਮਈ ਨੂੰ ਜਦੋਂ 5 ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣੇ ਨੇ ਉਸ ਤੋਂ ਬਾਅਦ ਜਿਹੜੇ ਸੁਰ ਨੇ, ਜਿਹੜੇ 4 ਸੁਰ ਨੇ ਇਹ 40 'ਚ ਬਦਲ ਸਕਦੇ ਨੇ। ਤੇ ਇਹ ਤੁਸੀਂ ਦੇਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਲਦ ਹੀ ਜੇਕਰ ਇਹ ਜਿਸ ਤਰੀਕੇ ਨਾਲ ਅਟਾਰਨੀ ਜਨਰਲ ਦੇ ਉੱਤੇ ਜਿਹੜਾ ਇਹ ਦੋਸ਼ ਲੱਗ ਰਹੇ ਨੇ ਇਸ ਮਸਲੇ ਨੂੰ ਹੱਲ ਨਾ ਕੀਤਾ
ਤਾਂ ਤੁਸੀਂ ਦੇਖਿਓ ਵੀ ਆਉਣ ਵਾਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਜਿਹੜੀ ਸਰਕਾਰ ਚਲਾਉਣੀ ਮੁਸ਼ਕਲ ਹੋ ਜਾਣੀ। ਅੱਗੇ ਤਾਂ ਅਗਲੀ ਸਰਕਾਰ ਬਣਨ ਦੀ ਤਾਂ ਗੱਲ ਔਖੀ ਹੈਗੀ ਆ, ਮੌਜੂਦਾ ਸਰਕਾਰ ਚਲਾਉਣੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਮੁਸ਼ਕਲ ਹੋ ਜਾਣੀ ਹੈ। ਤੇ ਇਹਦਾ ਮੇਰੀ ਜਾਚੇ ਸਿਰਫ ਇੱਕੋ ਇੱਕ ਹੱਲ ਨਜ਼ਰ ਆਉਂਦਾ ਕਿ ਉਹ ਇਹ ਹੈ ਕਿ ਅਟਾਰਨੀ ਜਨਰਲ ਦੀ ਜਿਸ ਤਰ੍ਹਾਂ ਦੀ ਮੰਗ ਉੱਠ ਰਹੀ ਆ ਉਹਨਾਂ ਨੂੰ ਹਟਾ ਕੇ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਜਿਹੜਾ IPS ਤੋਂ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ, ਇੱਕ ਕਾਬਲ ਵਕੀਲ ਵੀ ਨੇ। ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਉਹਨਾਂ ਨੇ ਵਕਾਲਤ ਦੇ ਵਿੱਚ PhD ਕੀਤੀ ਹੋਈ ਹੈ ਔਰ ਟੌਪਰ ਰਹੇ ਨੇ, 골ਡ ਮੈਡਲਿਸਟ ਰਹੇ ਨੇ। ਤੇ ਜਿਸ ਤਰ੍ਹਾਂ ਉਹਨਾਂ ਨੇ ਤਿੰਨੋਂ ਕਾਨੂੰਨ ਦੀਆਂ ਕਿਤਾਬਾਂ ਨੂੰ ਆਪਣਾ ਭਾਰਤੀ ਸੰਵਿਧਾਨ ਨੂੰ, CRPC ਨੂੰ ਤੇ ਨਾਲ ਹੀ ਜਿਹੜਾ ਪੁਲਿਸ ਰੂਲ ਨੂੰ, ਉਹਨਾਂ ਦੇ ਇਹ ਜਿਸ ਤਰ੍ਹਾਂ ਆਪਣੇ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਇਹਨਾਂ ਤਿੰਨਾਂ ਕਿਤਾਬਾਂ ਨੂੰ ਮੈਨੇ ਜਵਾਨੀ ਰਟਿਆ ਹੋਇਆ। ਜੇਕਰ ਕੋਈ ਵੀ ਬੰਦਾ ਮੈਨੂੰ ਕੋਈ ਵੀ ਚੀਜ਼ ਇਹਦੇ ਤੋਂ ਜਵਾਨੀ ਪੁੱਛਦੇ ਤਾਂ ਮੈਂ ਉਹਦਾ ਜਵਾਬ ਦੇ ਸਕਦਾ। ਜਿਹੜਾ ਬੰਦਾ ਇੰਨਾ ਹੰਡਿਆ ਹੋਵੇ ਕਾਨੂੰਨ ਦੇ ਮਾਮਲੇ ਵਿੱਚ, ਜਿਹੜਾ ਬੰਦਾ ਇੰਨਾ ਵਧੀਆ ਜਿਹੜਾ ਉਹ ਜਾਂਚ ਅਧਿਕਾਰੀ ਰਹਿ ਚੁੱਕਿਆ ਹੋਵੇ, ਜਿਹੜਾ ਬੰਦਾ ਇੰਨੀ ਬਰੀਕੀ ਦੇ ਨਾਲ ਉਸੇ ਕੇਸ ਦੀ ਜਾਂਚ ਕਰ ਚੁੱਕਿਆ ਹੋਵੇ ਜਿਸ ਕੇਸ ਨੂੰ ਉਹਨਾਂ ਨੇ ਅੱਗੇ ਵਕੀਲ ਦੇ ਤੌਰ ਤੇ ਲੜਨਾ ਹੋਵੇ, ਤੇ ਉਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜਿਹੜਾ ਉਹ ਵਕੀਲ ਕੋਰਟ ਦੇ ਵਿੱਚ ਇਸ ਕੇਸ ਨੂੰ ਲੜ ਸਕਦਾ। ਇਹਨਾਂ ਨੂੰ ਅਟਾਰਨੀ ਜਨਰਲ ਦਾ ਜਿਹੜਾ ਅਹੁਦਾ ਦੇ ਕੇ ਉਹਨਾਂ ਦੇ ਉੱਤੋਂ ਉਹਨਾਂ ਕੋਲੋਂ ਹੀ ਇਹ ਕੇਸ ਲੜਾਉਣਗੇ ਤਾਂ ਮੈਨੂੰ ਲੱਗਦਾ ਵੀ ਇਹ ਕੇਸ ਦਾ ਕੁਝ ਹੱਲ ਨਿਕਲ ਸਕਦਾ। ਅਦਰਵਾਈਜ਼ ਜਿਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਇਹ ਕਹਿ ਚੁੱਕੇ ਨੇ ਕਿ ਇਸ ਕੇਸ ਦਾ ਹੁਣ ਕੁਝ ਨਹੀਂ ਬਣਨਾ, ਤੇ ਇਹ ਵਾਕਈ ਹੀ ਸੱਚ ਹੈ। ਤੇ ਇਸ ਕੇਸ ਦੇ ਉੱਤੇ ਜਿੱਥੇ ਇੱਕ ਸਰਕਾਰ ਬਦਲ ਚੁੱਕੀ ਹੈ ਤੇ ਦੂਜੀ ਸਰਕਾਰ ਜਿਹੜੀ ਆ ਉਹ ਬਦਲਣ ਦੀ ਆਪਣੀ ਤਿਆਰੀ ਕਰ ਲਵੇ। ਕੀ ਲੱਗਦਾ ਹੈ ਕਿ ਕੁਮਰ ਵਿਜੇ ਪ੍ਰਤਾਪ ਜਿਹੜੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ, ਵੱਡੇ ਵੱਡੇ ਖੁਲਾਸੇ ਕਰ ਰਹੇ ਨੇ, ਲੱਖਾਂ ਰੁਪਏ ਦੇ ਘਪਲੇ ਦੀ ਵੀ ਉਹਨਾਂ ਨੇ ਗੱਲਬਾਤ ਕਹੀ ਹੈ ਕਿ ਇੱਕ ਪੇਸ਼ੀ ਤੇ ਜਿਹੜੀ ਹੈਗੀ ਹੈ ਕਿਵੇਂ ਜਿਹੜੇ ਲੋਕਾਂ ਦੇ ਜੇਬ ਦੇ ਵਿੱਚੋਂ ਪੈਸੇ ਹੜੱਪੇ ਜਾ ਰਹੇ ਸੀ, ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਜਦੋਂ ਨਾਲ ਦੇ ਲੋਕਾਂ ਦੇ ਵਿੱਚ ਜਾਣਗੇ ਤਾਂ ਜਵਾਬ ਦੇਣੇ ਤਾਂ ਫਿਰ ਔਖੇ ਹੋ ਜਾਣਗੇ? ਬਿਲਕੁਲ ਜਵਾਬ ਦੇਣੇ ਲੋਕਾਂ ਵਿੱਚ ਜਾਣਗੇ ਤਾਂ ਗੱਲ ਵੱਖਰੀ ਹੈਗੀ ਆ। ਇਸ ਵੇਲੇ ਵੀ ਲੋਕਾਂ ਨੂੰ ਜਵਾਬ ਦੇਣਾ ਔਖਾ ਹੈਗਾ। ਤੁਸੀਂ ਦੇਖੋ ਵੀ ਵਿਰੋਧੀ ਸੁਰਾਂ ਇਸੇ ਵੇਲੇ ਵੀ ਤੇਜ਼ ਹੋ ਰਹੀਆਂ ਨੇ। ਵਿਰੋਧੀ ਲੋਕ ਇਸ ਗੱਲ ਦੇ ਉੱਤੇ ਬਿਲਕੁਲ ਬਾਜ਼ ਅੱਖ ਰੱਖੀ ਬੈਠੇ ਸੀ ਕਿ ਕਦੋਂ ਇਸ ਮੁੱਦੇ ਦੇ ਵਿੱਚੋਂ ਕੁਝ ਨਿਕਲ ਕੇ ਆਵੇ। ਜਿਸ ਮੁੱਦੇ ਦੇ ਉੱਤੇ ਇੱਕ ਸਰਕਾਰ ਪਲਟੀ ਆ ਉਸੇ ਮੁੱਦੇ ਨੂੰ ਹਥਿਆ ਕੇ ਅਸੀਂ ਜਿਹੜਾ ਉਸ ਮੁੱਦੇ ਦੇ ਉੱਤੇ ਰਾਜਨੀਤੀ ਕਰੀਏ ਤੇ ਸੱਤਾ ਹਥਿਆਈਏ। ਪਰ ਇੱਥੇ ਬੜੇ ਅਫਸੋਸ ਦੇ ਨਾਲ ਦੁਬਾਰਾ ਮੈਨੂੰ ਕਹਿਣਾ ਪੈ ਰਿਹਾ ਕਿ ਇਹ ਉਹ ਮਾਮਲਾ ਨਹੀਂ ਹੈ ਜਿਸ ਦੇ ਉੱਤੇ ਰਾਜਨੀਤੀ ਕੀਤੀ ਜਾਵੇ। ਇਹ ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈਗਾ। ਇਹ ਮਾਮਲਾ ਨਿਹੱਥੇ ਸਿੰਘਾਂ ਦੇ ਉੱਤੇ ਤਸ਼ੱਦਦ ਕੀਤੇ ਜਾਣ ਦਾ ਮਾਮਲਾ ਹੈਗਾ। ਇਹ ਮਾਮਲਾ ਨਿਹੱਥੇ ਸਿੰਘਾਂ ਦੇ ਉੱਤੇ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦੇਣ ਦਾ ਮਾਮਲਾ ਹੈਗਾ। ਤੇ ਇਸ ਮਾਮਲੇ ਦੇ ਉੱਤੇ ਜਿਹੜਾ ਰਾਜਨੀਤੀ ਕਰੇਗਾ ਉਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਉਹਨਾਂ ਦੀ ਰਾਜਨੀਤੀ ਸਵੀਕਾਰ ਕਰਨਗੇ। ਇੱਕ ਵਾਰ ਜਿਹੜੀ ਆ ਉਹ ਕਰ ਚੁੱਕੇ ਨੇ। ਜਿਹੜੇ ਵਾਅਦੇ ਕੀਤੇ ਗਏ ਸੀ ਉਹ ਇਸੇ ਮਾਮਲੇ ਦੇ ਉੱਤੇ ਕੀਤੇ ਗਏ ਸੀ ਕਿ ਅਸੀਂ ਇਨਸਾਫ ਦੇਵਾਂਗੇ ਇਹਨਾਂ ਮਾਮਲਿਆਂ ਨੂੰ ਲੈ ਕੇ। ਪਰ ਜਿਸ ਤਰੀਕੇ ਨਾਲ ਇਹ ਅੰਤ ਦੇ ਵਿੱਚ ਇੱਕ ਰਾਜਨੀਤੀ ਸਾਬਤ ਹੋ ਕੇ ਰਹਿ ਗਈ ਹੈ, ਜਿਸ ਤਰ੍ਹਾਂ ਬਾਕੀ ਦੇ ਵਾਅਦੇ ਜਿਹੜੇ ਨੇ ਉਹ ਪੂਰੇ ਨਹੀਂ ਹੋਏ। ਜੇਕਰ ਆਪਾਂ ਨਵਜੋਤ ਸਿੰਘ ਸਿੱਧੂ ਤੇ ਸ਼ਮਸ਼ੇਰ ਸਿੰਘ ਦੂਲੋ ਹੋਣਾ ਦੀ ਗੱਲ ਕਰ ਲਈਏ, ਖਾਸ ਕਰਕੇ ਸ਼ਮਸ਼ੇਰ ਸਿੰਘ ਦੂਲੋ ਹੋਣਾ ਦੀ ਗੱਲ ਕਰ ਲਈਏ, ਤਾਂ ਦੂਲੋ ਤਾਂ ਕਹਿੰਦੇ ਨੇ ਵੀ ਕਿਹੜੇ ਵਾਅਦੇ ਪੂਰੇ ਕੀਤੇ ਨੇ? 85% ਦੀ ਤਾਂ ਗੱਲ ਛੱਡੋ, ਕਿਹੜੇ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸੋ ਜਿਸ ਤਰੀਕੇ ਨਾਲ ਵਾਅਦੇ ਪੂਰੇ ਨਹੀਂ ਹੋ ਰਹੇ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਨਾਲ ਬੇਦਬੀ ਮਾਮਲਿਆਂ ਦੇ ਵਿੱਚ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਮੈਂ ਇੱਧਰ ਆਉਣਾ ਕੁਮਰ ਵਿਜੇ ਪ੍ਰਤਾਪ ਨੇ, ਜੇਕਰ ਇਹਨਾਂ ਦੀ ਰਿਪੋਰਟ ਦੀ ਗੱਲ ਮੰਨੀਏ ਤਾਂ ਕੁਮਰ ਵਿਜੇ ਪ੍ਰਤਾਪ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਜਿਹੜੇ ਗਵਾਹ ਵਾ ਉਹ ਮੁਕਰ ਰਹੇ ਨੇ, ਉਹ ਡਰਦੇ ਮਾਰੇ ਮੁਕਰ ਰਹੇ ਨੇ, ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜਿਹੜੀ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਇਨਸਾਫ ਲੈ ਕੇ ਦੇਵਾਂਗੇ, ਤੇ ਉਹ ਲੋਕਾਂ ਨੂੰ ਇਨਸਾਫ ਤਾਂ ਦਿਵਾਉਣਾ ਦੂਰ ਦੀ ਗੱਲ, ਉਹਨਾਂ ਦੀ ਆਪਣੀ ਸੁਰੱਖਿਆ ਦੀ ਪੰਜਾਬ ਸਰਕਾਰ ਯਕੀਨੀ ਬਣਾ ਰਹੀ। ਇੰਨੇ ਅਹਿਮ ਕੇਸ ਦੇ ਵਿੱਚ ਜਿਹੜੇ ਗਵਾਹ ਲੋਕ ਨੇ ਉਹਨਾਂ ਦੀ ਸੁਰੱਖਿਆ ਦੀ ਯਕੀਨੀ ਬਣਾ ਰਹੀ, ਤਾਂ ਫਿਰ ਕੀ ਆਸ ਰੱਖੀ ਜਾ ਸਕਦੀ ਹੈ ਪੰਜਾਬ ਸਰਕਾਰ? ਦੇਖੋ ਸੁਖਵਿੰਦਰ, ਇਹਦੇ ਵਿੱਚ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈਗੀ ਆ ਕਿ ਗਵਾਹ ਮੁਕਰ ਰਹੇ ਨੇ। ਗਵਾਹ ਮੁਕਰ ਹੀ ਨਹੀਂ ਰਹੇ, ਗਵਾਹ ਮਰ ਵੀ ਰਹੇ ਨੇ। ਤੁਸੀਂ ਸੁਰਜੀਤ ਸਿੰਘ ਦੀ ਜਿਹੜੀ ਮੌਤ ਹੈ, ਗਵਾਹ ਸੁਰਜੀਤ ਸਿੰਘ ਦੀ ਮੌਤ ਨੂੰ ਅਗਰ ਤੁਸੀਂ ਇਸ ਕੜੀ ਨਾਲ ਜੋੜ ਕੇ ਦੇਖੋ ਤਾਂ ਉਹਨਾਂ ਦੀ ਮੌਤ ਵੀ ਜਿਹੜੀ ਸ਼ੱਕੀ ਹਾਲਾਤ 'ਚ ਹੋਈ ਹੈ। ਤੇ ਸ਼ਾਇਦ ਉਸ ਨੂੰ ਦੇਖਦੇ ਹੋਏ ਵੀ ਜਿਹੜੇ ਬਾਕੀ ਦੇ ਲੋਕ ਡਰੇ ਨੇ ਤੇ ਉਹਨਾਂ ਦੇ ਵਿੱਚੋਂ ਅੱਧੇ ਗਵਾਹ, ਜਿਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈਗਾ ਕਿ ਉਹ ਅੱਧੇ ਗਵਾਹ ਜਿਹੜੇ ਉਹ ਮੁਕਰ ਵੀ ਚੁੱਕੇ ਨੇ। ਤੇ ਇੱਥੋਂ ਤੱਕ ਕਿ ਜਿਹੜੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਇਸ ਗੋਲੀकांड ਦੇ ਵਿੱਚ ਸ਼ਹੀਦ ਹੋਏ ਸੀਗੇ, ਉਹਨਾਂ ਦੇ ਭਰਾ ਰੇਸ਼ਮ ਸਿੰਘ ਨੂੰ ਵੀ ਜਿਹੜੀਆਂ ਉਹ ਧਮਕੀਆਂ ਮਿਲੀਆਂ ਸੀਗੀਆਂ। ਤੇ ਇਹ ਗੱਲ ਜਿਹੜੀ ਆ ਉਹ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵੀ ਅੱਗੇ ਜਿਹੜੀ ਆ ਚੁੱਕੀ ਸੀ ਕਿ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਇਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ। ਆਪਣੇ ਗਵਾਹ ਨੂੰ ਜਦ ਤੱਕ ਆਪਾਂ ਸੁਰੱਖਿਆ ਨਹੀਂ ਦੇਵਾਂਗੇ ਉਦੋਂ ਤੱਕ ਜਿਹੜੀ ਆ ਇਹ ਮਾਮਲਾ ਜਿਹੜਾ ਉਹ ਹੱਲ ਨਹੀਂ ਹੋ ਸਕੇਗਾ, ਗਵਾਹ ਸਾਰੇ ਮੁੱਕਰ ਜਾਣਗੇ। ਪਰ ਜੇਕਰ ਦੇਖਿਆ ਜਾਵੇ ਤੇ ਜਿਸ ਤਰੀਕੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਧਮਕੀ ਦੇਣ ਦੀ ਉਹਨਾਂ ਨੇ ਦੋਸ਼ ਲਾਏ ਨੇ, ਹਾਈ ਕੋਰਟ ਦੇ ਵਿੱਚ ਉਹਨਾਂ ਨੇ ਐਫੀਡੇਵਿਟ ਵੀ ਲਗਾਇਆ। ਇਹਨਾਂ ਨੂੰ DGP ਦਿਨਕਰ ਗੁਪਤਾ ਨੂੰ ਵੀ ਜਿਹੜੇ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਮੈਨੂੰ ਵਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਧਮਕਾਇਆ ਹੈਗਾ ਤੇ ਗਾਲਾਂ ਕੱਢਣ ਵਾਲੀ ਲੈਂਗੁਏਜ 'ਚ ਮੇਰੇ ਨਾਲ ਗੱਲ ਕੀਤੀ ਹੈਗੀ ਹੈ।
ਉਸ ਨੂੰ ਦੇਖਦਿਆਂ ਹੋਇਆ ਜਦੋਂ ਹੁਣ ਉਹਦੇ ਬਾਵਜੂਦ ਵੀ ਕਾਰਵਾਈ ਨਹੀਂ ਹੁੰਦੀ ਤੇ ਸੁਣਵਾਈ ਨਾ ਹੋਣ ਦੇ ਬਾਵਜੂਦ ਵੀ ਅੰਤ ਦੇ ਵਿੱਚ ਜਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ, ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਜਿਹੜੇ ਬਾਕੀ ਦੇ ਬਚੇ ਗਵਾਹ ਨੇ ਉਹ ਕਿਉਂ ਨਹੀਂ ਮੁਕਰਨਗੇ। ਉਹਨਾਂ ਨੂੰ ਆਪਣੀ ਜਾਨ ਪਿਆਰੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ, ਇੱਕ ਪਾਵਰਫੁਲ ਬੰਦੇ, ਇੱਕ IG ਲੈਵਲ ਦੇ ਬੰਦੇ ਨੂੰ ਜੇਕਰ ਧਮਕਾਇਆ ਜਾ ਸਕਦਾ, ਗਾਲਾਂ ਕੱਢਣ ਦੀ ਗੱਲ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ, ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਇਹ ਬਾਕੀ ਦੇ ਜਿਹੜੇ ਬੰਦੇ ਨੇ, ਆਮ ਲੋਕੀ ਨੇ, ਇਹ ਬਿਲਕੁਲ ਆਮ ਲੋਕੀ ਨੇ, ਤੁਸੀਂ ਮੇਰੇ ਵਰਗੇ ਲੋਕ ਨੇ, ਤਾਂ ਇਹਨਾਂ ਦੇ ਮਨਾਂ ਦੇ ਵਿੱਚ ਡਰ ਕਿਉਂ ਨਹੀਂ ਪੈਦਾ ਹੋਏਗਾ। ਕਿਸੇ ਦੇ ਕੋਈ ਕਹਿੰਦਾ ਕਿ ਕਿਸੇ ਦੇ ਬਾਰੇ ਗੱਲ ਆਉਂਦੀ ਹੈ ਕਿ ਉਹਨੂੰ ਨੌਕਰੀ ਦੇਣ ਦਾ ਲਾਲਚ ਦਿੱਤਾ ਗਿਆ, ਕਿਸੇ ਬਾਰੇ ਕਿਹਾ ਜਾਂਦਾ ਵੀ ਉਹਨੂੰ ਜਿਹੜਾ ਉਹ ਧਮਕੀ ਦਿੱਤੀ ਗਈ, ਕਿਸੇ ਬਾਰੇ ਕਿਹਾ ਜਾ ਰਿਹਾ ਕਿ ਉਹਨੂੰ ਜਾਨ ਤੋਂ ਮਾਰ ਦਿੱਤਾ ਗਿਆ। ਤਾਂ ਅਜਿਹੇ ਵਿੱਚ ਸਾਰਿਆਂ ਨੂੰ ਤੁਸੀਂ ਅਗਰ ਮਿਲਾ ਕੇ ਦੇਖੋ ਤੇ ਬਾਕੀ ਦੇ ਜਿਹੜੇ ਗਵਾਹ ਬਚੇ ਨੇ ਉਹ ਹੱਕ ਦੇ ਵਿੱਚ ਇਸ ਕੇਸ ਦੇ ਨੂੰ ਹੱਲ ਕਰਾਉਣ ਲਈ ਬਿਆਨ ਦੇਣਗੇ। ਇਹ ਮੈਨੂੰ ਨਹੀਂ ਲੱਗਦਾ ਕੁਝ ਸਹੀ ਇਹਦੇ ਵਿੱਚ ਬਿਆਨ। ਸਿਰਫ ਇੱਕੋ ਹੱਲ ਬਚਦਾ ਹੈਗਾ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਕੇਸ ਨੂੰ ਸਰਕਾਰੀ ਤੌਰ ਤੇ ਲੜਨ ਤੇ ਫਿਰ ਮੈਨੂੰ ਲੱਗਦਾ ਇਸ ਚੀਜ਼ ਦਾ ਕੋਈ ਹੱਲ ਨਿਕਲੇਗਾ ਜੋ ਉਹ ਚਾਹ ਰਹੇ ਨੇ ਇਸ ਵੇਲੇ। ਕਿਉਂਕਿ ਉਹ ਕਹਿੰਦੇ ਨੇ ਮੈਂ ਪਿਛਲੇ ਸਮੇਂ ਦੌਰਾਨ ਬਹੁਤ ਕੁਝ ਕਿਹਾ ਆਪਣੇ ਵਕੀਲਾਂ ਨੂੰ ਕਿ ਮੈਨੂੰ ਸਿਰਫ ਬਹਿਸ ਕਰਨ ਦਾ ਇੱਕ ਮੌਕਾ ਦਿਓ, ਮੈਂ ਇਸ ਕੇਸ ਦੇ ਵਿੱਚ ਅੱਗੇ ਤੁਹਾਨੂੰ ਦਿਖਾਣਾ ਵੀ ਕਿਵੇਂ ਹੁੰਦਾ, ਕਿਸ ਤਰ੍ਹਾਂ ਜਿਹੜਾ ਇਨਸਾਫ ਲਿਆ ਜਾ ਸਕਦਾ। ਪਰ ਕਹਿੰਦੇ ਵਕੀਲਾਂ ਨੇ ਮੇਰੀ ਇੱਕ ਨਹੀਂ ਸੁਣੀ। ਅੰਤ ਦੇ ਵਿੱਚ ਜਿਹੜਾ ਉਹ ਕੇਸ, ਇਹ ਜਾਂਚ ਰਿਪੋਰਟ ਜਿਹੜੀ ਆ ਹਾਈ ਕੋਰਟ ਦੇ ਵਿੱਚ ਲਕੂਨਿਆਂ ਦੇ ਆਧਾਰ ਦੇ ਉੱਤੇ ਉਹ ਜਿਹੜੀ ਉਹ ਖਾਰਜ ਕਰ ਦਿੱਤੀ ਗਈ, ਜਦਕਿ ਤੱਥਾਂ ਦੇ ਆਧਾਰ ਦੇ ਉੱਤੇ ਜਿਹੜਾ ਉਹ ਇਸ ਕੇਸ ਨੂੰ ਨਹੀਂ ਲੜਿਆ ਗਿਆ। ਕੁੱਲ ਮਿਲਾ ਕੇ ਜਿਹੜਾ ਇਹ ਮੈਨੂੰ ਲੱਗਦਾ ਕਿ ਇਹ ਆਉਣ ਵਾਲੇ ਸਮੇਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਲਈ ਬੜੀ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਰਿਹਾ, ਮਾਮਲਾ ਖੜਾ ਕਰ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਅਜੇ ਵੀ ਪਿਛਲੇ ਸਮੇਂ ਦੇ ਦੌਰਾਨ ਅਗਰ ਦੇਖਿਆ ਜਾਵੇ ਤਾਂ ਅਟਾਰਨੀ ਜਨਰਲ ਦੇ ਹੱਕ ਦੇ ਵਿੱਚ ਆਇਆ, ਅਤੁਲ ਨੰਦਾ ਦੇ ਹੱਕ 'ਚ ਆਇਆ। ਉਹਨਾਂ ਦਾ ਕਹਿਣਾ ਕਿ ਅਟਾਰਨੀ ਜਨਰਲ ਜਿਹੜਾ ਇਹ ਕੇਸ ਇਹ ਲੜ ਹੀ ਨਹੀਂ ਰਹੇ ਸੀ ਤੇ ਉਹਨਾਂ ਨੇ ਜਿਹੜਾ ਕੇਸ ਲੜਿਆ ਸੀ ਉਹ ਲੜਿਆ ਸੀਗਾ CBI ਦੇ ਖਿਲਾਫ, ਤੇ CBI ਤੋਂ ਜਿਹੜੀ ਜਾਂਚ ਉਹਨਾਂ ਨੇ ਵਾਪਸ ਲਈ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਨੇ। ਤੇ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੱਕ ਅਤੁਲ ਨੰਦਾ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਦੋਸ਼ ਲੱਗ ਰਹੇ ਨੇ ਉਹ ਦੋਸ਼ ਮੁਕਤ ਹੁੰਦੇ ਨੇ ਸਹੀ ਤੱਥਾਂ ਦੇ ਆਧਾਰ ਦੇ ਉੱਤੇ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਜਿਹੜੇ ਨੇ ਜਿੰਨਾ ਮਰਜ਼ੀ ਕਹੀ ਜਾਣ ਉਹਨਾਂ ਦੇ ਹੱਕ ਦੇ ਵਿੱਚ ਵੀ ਇਹ ਗਲਤ ਹੈ, ਇਹਨਾਂ ਦੇ ਉੱਤੇ ਲੱਗ ਰਹੇ ਦੋਸ਼ ਗਲਤ ਨੇ, ਉਹ ਬਿਲਕੁਲ ਸਹੀ ਨੇ, ਉਹਦੇ ਤੇ ਕੋਈ ਲੋਕ ਉਹਨਾਂ ਤੇ ਵਿਸ਼ਵਾਸ ਕਰਨਗੇ। ਤੇ ਸਭ ਤੋਂ ਵੱਡਾ ਜ਼ਰੂਰੀ ਜਿਹੜੀ ਹੈਗੀ ਆ ਉਹ ਹੈਗਾ ਲੋਕਾਂ ਦਾ ਵਿਸ਼ਵਾਸ। ਜਦ ਤੱਕ ਲੋਕਾਂ ਦਾ ਵਿਸ਼ਵਾਸ ਨਹੀਂ ਬਹਾਲ ਹੋਵੇਗਾ ਉਦੋਂ ਤੱਕ ਜਿਹੜੇ ਨੇ ਹੇਠਲੇ ਲੈਵਲ ਦੇ MLA ਆਗੂ ਤੇ ਜਿੰਨੇ ਹੈਗੇ ਉਹਨਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਜੇ ਉਹ ਨਹੀਂ ਸੰਤੁਸ਼ਟ ਹੋਣਗੇ ਤਾਂ ਮੁੱਖ ਮੰਤਰੀ ਜਿਹੜੇ ਨੇ ਉਹ ਕਿਸੇ ਤਰੀਕੇ ਜਿਹੜੇ ਉਹ ਕਿਸੇ ਪਾਸੇ ਜਿਹੜੇ ਜਵਾਬ ਦੇ ਨਹੀਂ ਲੈਣਗੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਪੰਜਾਬ ਦੀ ਸਿਆਸਤ ਖਾਸ ਕਰਕੇ ਜਿਹੜੀ ਸਰਕਾਰ ਲੈਵਲ ਕਾਂਗਰਸ ਲੈਵਲ ਦੀ ਸਿਆਸਤ ਹੋਏਗੀ ਉਹ ਭਖਣ ਵਾਲੀ ਹੈ ਤੇ ਇਹਦਾ ਫਾਇਦਾ ਜਿਹੜਾ ਉਹ ਵਿਰੋਧੀ ਲੈਣਗੇ। ਬਿਲਕੁਲ। ਤਾਂ ਕੁਲਵੰਤ ਜੀ ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤਾਂ ਇਹ ਸਨ ਸਾਡੇ ਚੈਨਲ ਦੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਇੱਕ ਪਰਤ ਖੋਲ੍ਹੀ ਗਈ, ਇੱਕ ਭੇਦ ਖੋਲ੍ਹਿਆ ਗਿਆ, ਕਿਹੜੇ ਖੁਲਾਸੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੇ ਗਏ ਸੀ। ਉਮੀਦ ਕਰਦੇ ਹਾਂ ਕਿ ਸਰਦਾਰ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਦੱਸੇ ਗਏ ਇਹ ਵਿਚਾਰ ਜਿਹੜੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਕੁਝ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।